ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਉੱਤੇ PS ਟੈਟ, ਸੀ ਟੈਟ, ਮਾਸਟਰ ਗ੍ਰੇਡ ਅਤੇ NTT ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ। ਤਾਂ ਸ਼ੁਰੂ ਕਰਦੇ ਅੱਜ ਦਾ ਸੈਸ਼ਨ। ਸੋ ਅੱਜ ਦੇ ਸੈਸ਼ਨ ਦੇ ਵਿੱਚ ਵਿਨ, ਵੇਅਰ ਐਂਡ ਹਾਊ ਵਾਲਾ ਜਿਹੜਾ ਚੈਪਟਰ ਅਸੀਂ ਉਸ ਨੂੰ ਕੰਪਲੀਟ ਕਰਾਂਗੇ। ਠੀਕ ਹੈ, ਸੋ ਇਸ ਦੇ ਨਾਲ ਰਿਲੇਟਡ ਜਿੰਨੀਆਂ ਵੀ ਚੀਜ਼ਾਂ ਨੇ ਉਹ ਆਪਾਂ ਡਿਸਕਸ ਕਰ ਲਵਾਂਗੇ ਅਤੇ ਇਹ ਟੌਪਿਕ ਅੱਜ ਕੰਪਲੀਟ ਹੋ ਜਾਊਗਾ। ਇਹਦੇ ਵਿੱਚ ਦੋ ਹੋਣਗੇ, ਠੀਕ ਹੈ। ਇੱਕ ਤਾਂ ਅਰਲੀ ਸੋਸਾਇਟੀਜ਼ ਵਾਲਾ ਹੋ ਜਾਊਗਾ, ਠੀਕ ਹੈ, ਜਾਂ ਇੱਕ ਕੁਛ ਜਿਹੜੇ ਕਾਲ ਬਾਰੇ ਨੇ ਉਹ ਸਾਰੇ ਕੁਐਸਚਨ ਆਪਾਂ ਕਵਰ ਕਰ ਲਵਾਂਗੇ। ਇਸ ਤੋਂ ਬਾਅਦ ਅਗਲਾ ਜਿਹੜਾ ਆਪਾਂ ਅਰਲੀ ਸਿਟੀਜ਼ ਜਿਹੜੀਆਂ ਨੇ, ਸੋਸਾਇਟੀਜ਼ ਜਿਹੜੀਆਂ ਨੇ ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਓਕੇ, ਤਾਂ 45 ਕੁਐਸਚਨ ਰਹਿਣਗੇ। 9 ਨੰਬਰ ਪਾਰਟ ਹੈ, ਉਸ ਤੋਂ ਪਹਿਲਾਂ 8 ਪਾਰਟ ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀ ਉਹ ਮਿਲਦੀਆਂ ਰਹਿਣਗੀਆਂ। ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਉਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ ਬਿਨਾਂ ਟਾਈਮ ਵੇਸਟ ਕੀਤੇ। ਸੋ ਫਸਟ ਕੁਐਸਚਨ ਹੈ ਜੀ ਇਹਦਾ, ਧਰਤੀ ਉੱਪਰ ਮਨੁੱਖ ਦੀ ਉਤਪੱਤੀ ਕਿੰਨੇ ਸਾਲ ਪਹਿਲਾਂ ਹੋਈ ਸੀਗੀ। ਸੋ 400 ਕੁਐਸਚਨ ਇਸ ਤੋਂ ਪਹਿਲਾਂ ਹੋ ਚੁੱਕਿਆ ਹੈ, ਤਾਂ ਆਪਾਂ ਟਾਰਗੇਟ ਰੱਖਿਆ ਹੋਇਆ ਹੈ 4500 ਕੁਐਸਚਨ ਦਾ, ਸਾਰਾ ਹਿਸਟਰੀ, ਜਿਓਗ੍ਰਾਫੀ, ਪੋਲੀਟੀਕਲ ਇਹਨਾਂ ਤਿੰਨਾਂ ਦਾ। ਓਕੇ, ਤਾਂ 400 ਜਿਹੜਾ ਹੈ ਇਕੱਲਾ ਹਿਸਟਰੀ ਦਾ ਕੰਪਲੀਟ ਹੋ ਚੁੱਕਿਆ ਹੈ, ਅੱਜ 450 ਹੋ ਜਾਊਗਾ। ਤਾਂ ਧਰਤੀ ਦੇ ਉੱਪਰ ਮਨੁੱਖ ਦੀ ਜਿਹੜੀ ਉਤਪੱਤੀ ਹੈ ਉਹ ਕਿੰਨੇ ਸਾਲ ਪਹਿਲਾਂ ਹੋਈ ਸੀ, ਤਾਂ 40 ਲੱਖ ਸਾਲ ਪਹਿਲਾਂ ਹਿਸਟਰੀ ਦੇ ਅਕੋਰਡਿੰਗ। ਠੀਕ ਹੈ, 40 ਲੱਖ ਸਾਲ ਪਹਿਲਾਂ ਜਿਹੜਾ ਪਹਿਲਾ ਮਨੁੱਖ ਸੀ ਉਹ ਹੋਂਦ ਦੇ ਵਿੱਚ ਆ ਚੁੱਕਿਆ ਸੀਗਾ। ਵੈਸੇ ਜੀਵਨ ਦੀ ਉਤਪੱਤੀ ਜਿਹੜੀ ਹੈ ਉਹ 1 ਕਰੋੜ ਸਾਲ ਪਹਿਲਾਂ ਹੋਂਦ ਦੇ ਵਿੱਚ ਆਈ ਸੀਗੀ, ਜਿਹਦੇ ਵਿੱਚ ਜਿਹੜੇ ਵਿਸ਼ਾਣੂ ਵਗੈਰਾ ਸੀਗੇ। ਓਕੇ, ਬਟ ਜਿਹੜਾ ਕਹਿ ਸਕਦੇ ਮਨੁੱਖ ਹੈ ਉਹ 40 ਲੱਖ ਸਾਲ ਪਹਿਲਾਂ ਧਰਤੀ ਦੇ ਉੱਪਰ ਹੋਂਦ ਦੇ ਵਿੱਚ ਆਇਆ ਹੈ। ਨੈਕਸਟ ਹੈ, ਅੱਜ ਵਾਲਾ ਸੈਸ਼ਨ ਵੈਸੇ ਬਹੁਤ ਇੰਪੋਰਟੈਂਟ ਰਹੂਗਾ, ਕਿਉਂਕਿ ਇਹਦੇ ਵਿੱਚੋਂ ਵੀ ਤੁਹਾਡੇ ਨਾ ਇੱਕ ਜਾਂ ਦੋ ਕੁਐਸਚਨ ਆਉਣ ਦੀ ਸੰਭਾਵਨਾ ਪੱਕੀ ਰਹੂਗੀ। ਸੋ ਇਹਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਪੁੱਛਿਆ ਜਾਊਗਾ। ਪੁਰਾਤਨ ਪੱਥਰ ਯੁੱਗ, ਜਿਹਨੂੰ ਪਹਿਲਾਂ ਤਾਂ ਇੱਕ ਏਜ ਕਿਹਾ ਜਾਂਦਾ ਹੈ, ਇਹਦਾ ਸਮਾਂ ਕਿੰਨਾ ਸੀਗਾ, ਕਿੰਨੇ ਤੋਂ ਲੈ ਕੇ ਕਿੰਨੇ ਤੱਕ ਦੇ ਸਮੇਂ ਨੂੰ ਅਸੀਂ ਜਿਹੜਾ ਹੈ ਪੁਰਾਤਨ ਪੱਥਰ ਯੁੱਗ ਕਹਿੰਦੇ ਹੈਗੇ ਆ, ਜੋ ਕਿ ਪਹਿਲਾ ਸਮਾਂ ਮੰਨਿਆ ਜਾਂਦਾ ਹੈ। ਤਾਂ ਇਹ ਸਮਾਂ ਹੈ ਜੀ 5 ਲੱਖ BC ਤੋਂ ਲੈ ਕੇ ਬਿਫੋਰ ਕ੍ਰਿਸਚਨ, ਯਾਨੀ ਕਿ ਈਸਾ ਮਸੀਹ ਦੇ ਜਨਮ ਤੋਂ ਪਹਿਲਾਂ 5 ਲੱਖ ਸਾਲ ਤੋਂ ਲੈ ਕੇ 8000 BC ਦੇ ਵਿੱਚ। ਬਿਫੋਰ ਕ੍ਰਿਸਚਨ ਤੋਂ ਹੀ ਹੈ 5 ਲੱਖ ਸਾਲ BC ਤੋਂ ਲੈ ਕੇ 8000 ਸਾਲ BC ਤੱਕ। BC ਬਾਰੇ ਜਿਹੜਾ ਮੀਨਿੰਗ ਹੈ ਮੈਂ ਲਾਸਟ ਕਲਾਸ ਦੇ ਵਿੱਚ ਤੁਹਾਨੂੰ ਡਿਫਾਈਨ ਕਰ ਚੁੱਕਿਆ ਹਾਂ। AD ਕੀ ਹੁੰਦਾ ਹੈ, BC ਕੀ ਹੁੰਦਾ ਹੈ, CB ਕੀ ਹੁੰਦਾ ਹੈ, ਉਹ ਜੋ ਵੀ ਹੈ ਨਾ ਬਣਦੇ ਹੈ ਸੈਸ਼ਨ, ਈਸਵੀ ਪੂਰਵ ਜਾਂ ਈਸਵੀ, ਉਹ ਮੈਂ ਸਾਰੀ ਪਹਿਲਾਂ ਵਾਲੀ ਕਲਾਸ 'ਚ ਤੁਹਾਨੂੰ ਦੱਸ ਚੁੱਕਿਆ ਹਾਂ। ਤਾਂ 5 ਲੱਖ ਸਾਲ ਤੋਂ ਲੈ ਕੇ 8000 BC ਤੱਕ ਦਾ ਜਿਹੜਾ ਸਮਾਂ ਹੈ ਉਹ ਪੁਰਾਤਨ ਪੱਥਰ ਯੁੱਗ ਕਹਾਉਂਦਾ ਹੈ। ਨੈਕਸਟ ਹੈ, ਪੁਰਾਤਨ ਪੱਥਰ ਯੁੱਗ ਦੇ ਅਵਸ਼ੇਸ਼ ਪੰਜਾਬ ਦੇ ਵਿੱਚੋਂ ਕਿੱਥੋਂ ਮਿਲੇ ਨੇ, ਤਾਂ ਬਹੁਤ ਸਾਰੇ ਕੇਂਦਰ ਨੇ ਭਾਰਤ ਦੇ ਵਿੱਚੋਂ ਵੀ ਮਿਲਦੇ ਹੈਗੇ ਨੇ ਇਹਦੇ। ਤਾਂ ਸੋਨ ਨਦੀ ਸੀ, ਸੋਨ ਨਦੀ ਘਾਟੀ ਜਿਹੜੀ ਕਿ ਵਰਤਮਾਨ ਸਮੇਂ ਪਾਕਿਸਤਾਨ ਦੇ ਵਿੱਚ ਹੈ, ਇਸ ਸਥਾਨ ਵਿਖੇ ਜਿਹੜੇ ਹੈ ਪੁਰਾਤਨ ਪੱਥਰ ਯੁੱਗ ਦੇ ਅਵਸ਼ੇਸ਼ ਮਿਲਦੇ ਨੇ। ਕਿ ਪੁਰਾਤਨ ਪੱਥਰ ਯੁੱਗ ਯਾਨੀ ਕਿ 5 ਲੱਖ ਸਾਲ ਪਹਿਲਾਂ ਮਨੁੱਖ ਜਿਹੜਾ ਹੋਂਦ ਦੇ ਵਿੱਚ ਆ ਚੁੱਕਿਆ ਸੀ, ਕਿਹੜੀਆਂ ਐਕਟੀਵਿਟੀ ਕਰੀਆਂ ਸੀ ਉਹ ਸਭ ਕੁਛ ਇਸ ਦੇ ਵਿੱਚ ਇਨਕਲੂਡ ਹੈ। ਨੈਕਸਟ ਹੈ, ਪੁਰਾਤਨ ਪੱਥਰ ਯੁੱਗ ਦੇ ਅਵਸ਼ੇਸ਼ ਮੱਧ ਪ੍ਰਦੇਸ਼ ਦੇ ਵਿੱਚ ਕਿਸ ਖੇਤਰ ਤੋਂ ਮਿਲੇ ਨੇਗੇ। ਇਹ ਪੰਜਾਬ ਦੇ ਵਿੱਚ ਪੁੱਛਿਆ ਗਿਆ ਸੀ ਪਹਿਲਾਂ, ਜਿਹੜਾ ਕਿ ਸੋਨ ਨਦੀ ਘਾਟੀ ਦੇ ਵਿੱਚ ਸੀ, ਜੋ ਕਿ ਵਰਤਮਾਨ ਸਮੇਂ ਪਾਕਿਸਤਾਨ ਦੇ ਵਿੱਚ ਪੈਂਦਾ ਹੈ ਕੇਂਦਰ। ਅਗਲਾ ਕੁਐਸਚਨ ਮੱਧ ਪ੍ਰਦੇਸ਼ ਦੇ ਨਾਲ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਕਿਹੜਾ ਖੇਤਰ ਹੈ ਜਿੱਥੋਂ ਪੁਰਾਤਨ ਪੱਥਰ ਯੁੱਗ ਦੇ ਅਵਸ਼ੇਸ਼ ਮਿਲੇ ਸੀਗੇ। ਇਹ ਨਰਮਦਾ ਘਾਟੀ ਹੈ। ਇਸ ਸਥਾਨ ਤੋਂ ਸਭ ਤੋਂ ਪਹਿਲਾਂ ਜਿਹੜੇ ਕਹਿ ਸਕਦੇ ਅਵਸ਼ੇਸ਼ ਮਿਲੇ ਹੈਗੇ ਨੇਗੇ ਪੁਰਾਤਨ ਪੱਥਰ ਯੁੱਗ ਦੇ, ਕਿ ਕਿਵੇਂ ਉਹ ਰਹਿੰਦੇ ਹੁੰਦੇ ਸੀ, ਕੀ ਖਾਂਦੇ ਸੀ, ਕਿਹੋ ਜਿਹੇ ਕੰਮ ਕਰਦੇ ਸੀ, ਉਹ ਸਭ ਕੁਛ ਆ ਜਾਂਦਾ ਇਹਦੇ ਵਿੱਚ। ਨੈਕਸਟ ਹੈ, ਪੁਰਾਤਨ ਪੱਥਰ ਯੁੱਗ ਦੇ ਅਵਸ਼ੇਸ਼ ਕਸ਼ਮੀਰ ਘਾਟੀ ਦੇ ਕਿਸ ਖੇਤਰ ਤੋਂ ਮਿਲੇ ਨੇ। ਕਸ਼ਮੀਰ ਘਾਟੀ ਦੇ ਵਿੱਚ ਕਿਹੜਾ ਖੇਤਰ ਪੈਂਦਾ ਸੀ, ਕਸ਼ਮੀਰ ਘਾਟੀ ਦੇ ਵਿੱਚ ਪੈਂਦਾ ਸੀ ਜੀ ਪਹਿਲਗਾਮ। ਇਸ ਸਥਾਨ ਵਿਖੋਂ ਮਿਲੇ ਹੈਗੇ ਨੇਗੇ ਪੁਰਾਤਨ ਪੱਥਰ ਯੁੱਗ ਦੇ ਅਵਸ਼ੇਸ਼, ਸਾਈਨ ਜਿਹੜੇ ਸੀਗੇ। ਨੈਕਸਟ ਹੈ ਜੀ 6 ਨੰਬਰ, ਪੁਰਾਤਨ ਪੱਥਰ ਯੁੱਗ ਦੇ ਵਿੱਚ ਮਨੁੱਖ ਕਿੱਥੇ ਰਹਿੰਦਾ ਸੀਗਾ। ਇਹ ਬੱਚੇ ਨੂੰ ਪਤਾ ਹੈ ਕਿ ਕਿੱਥੇ ਰਹਿੰਦਾ ਸੀ, ਗੁਫਾਵਾਂ ਦੇ ਵਿੱਚ, ਦਰਖਤਾਂ ਦੇ ਵਿੱਚ ਅਤੇ ਪੱਥਰਾਂ ਦੇ ਜਿਹੜੇ ਵਿਸ਼ਰਾਮ ਘਰ ਸੀ ਉਹਨਾਂ ਦੇ ਵਿੱਚ ਰਹਿੰਦਾ ਸੀ। ਕਿਉਂਕਿ 6ਵੀਂ ਕਲਾਸ ਦੇ ਵਿੱਚ ਹੀ ਚੈਪਟਰ ਸ਼ੁਰੂ ਹੋ ਜਾਂਦਾ, ਇਸ ਕਰਕੇ ਕਿਹਾ ਕਿ ਜਿਹੜਾ ਬੱਚਾ 6ਵੀਂ 'ਚ ਹੈ ਉਹਨੂੰ ਵੀ ਪਤਾ ਹੈ। ਠੀਕ ਹੈ, ਵੈਸੇ ਤਾਂ ਇਹ ਕੁਐਸਚਨ ਪੁੱਛਦੇ ਨਹੀਂ, ਪਰ ਕਈ ਵਾਰ ਮੇਰਾ ਕੋਈ ਬੰਦਾ ਬੈਠਾ ਹੁੰਦਾ ਕਿ ਸੌਖਾ ਜਿਹੀ ਪਾ ਦੇਈਏ ਤਾਂ ਫਿਰ ਇਹੋ ਜਿਹੇ ਕੁਐਸਚਨ ਵੀ ਪਾ ਦਿੰਦਾ ਹੁੰਦਾ ਹੈ। ਠੀਕ ਹੈ, ਗੁਫਾਵਾਂ, ਦਰਖਤਾਂ ਅਤੇ ਪੱਥਰਾਂ ਦੇ ਵਿਸ਼ਰਾਮ ਘਰਾਂ ਦੇ ਵਿੱਚ ਰਹਿੰਦੇ ਸੀ ਜੀ ਪੁਰਾਤਨ ਪੱਥਰ ਯੁੱਗ ਦੇ ਮਨੁੱਖ। ਨੈਕਸਟ ਹੈ ਜੀ,
ਮੱਧ ਪੱਥਰ ਯੁੱਗ ਜਿਹਨੂੰ ਮੈਸੋਲਿਥਿਕ ਏਜ ਦਾ ਸਮਾਂ ਕਿਹਾ ਜਾਂਦਾ ਹੈ, ਤਾਂ ਇਹਦਾ ਸਮਾਂ ਕਿੰਨਾ ਸੀ, ਕਿੰਨੇ ਤੋਂ ਲੈ ਕੇ ਕਿੰਨੇ ਤੱਕ ਦੇ ਸਮੇਂ ਨੂੰ ਅਸੀਂ ਮੱਧ ਪੱਥਰ ਯੁੱਗ ਦੇ ਨਾਮ ਨਾਲ ਜਾਣਦੇ ਹਾਂ। ਤਾਂ ਇਹ ਸਮਾਂ ਹੈ ਜੀ 8000 BC ਤੋਂ ਲੈ ਕੇ 4000 BC ਤੱਕ ਦਾ ਜਿਹੜਾ ਸਮਾਂ ਹੈ ਉਸ ਨੂੰ ਅਸੀਂ ਮੈਸੋਲਿਥਿਕ ਏਜ ਜਾਂ ਮੱਧ ਪੱਥਰ ਯੁੱਗ ਕਹਿੰਦੇ ਹਾਂ। ਇਹ ਡੇਟ ਜ਼ਰੂਰ ਯਾਦ ਰੱਖਣਾ, ਕੋਈ ਨਾ ਕੋਈ ਤੁਹਾਨੂੰ ਜ਼ਰੂਰ ਪੁੱਛੀ ਜਾ ਸਕਦੀ ਹੈ, ਇਹ ਨਾ ਹੋਵੇ ਕਿ ਤੁਸੀਂ ਉੱਥੇ ਭੁੱਲ ਜਾਓ। ਨੈਕਸਟ ਹੈ ਜੀ ਮੱਧ ਪੱਥਰ ਯੁੱਗ ਦੇ ਅਵਸ਼ੇਸ਼ ਕਿੱਥੋਂ ਮਿਲੇ ਹੈਗੇ ਨੇ, ਤਾਂ ਇਹਦੇ ਅਵਸ਼ੇਸ਼ ਜਿਹੜੇ ਆ ਕਈ ਸਥਾਨਾਂ ਤੋਂ ਮਿਲੇ ਨੇ, ਜਿਹਦੇ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼, ਰਾਜਸਥਾਨ, ਇਹਨਾਂ ਸਾਰੇ ਸਥਾਨਾਂ ਤੋਂ ਇਸ ਮੱਧ ਪੱਥਰ ਯੁੱਗ ਦੇ ਅਵਸ਼ੇਸ਼ ਦੇਖਣ ਨੂੰ ਮਿਲੇ ਹੈਗੇ ਨੇ। ਨੈਕਸਟ ਕੁਐਸਚਨ ਹੈ ਨਵੀਨ ਪੱਥਰ ਯੁੱਗ ਦਾ ਸਮਾਂ ਕਿੰਨਾ ਸੀ, ਜਿਹਨੂੰ ਨਿਓਲਿਥਿਕ ਏਜ ਕਹਿ ਦਿੰਦੇ ਹੈਗੇ ਆ, ਤਾਂ ਇਹਦਾ ਸਮਾਂ ਰਿਹਾ ਹੈ ਜੀ 4000 BC ਤੋਂ ਲੈ ਕੇ 2400 BC ਤੱਕ। ਇੱਕ ਨਾ ਇਹ ਸੀਕੁਐਂਸ ਜ਼ਰੂਰ ਬਣਾ ਲਿਓ ਆਪਣੀ ਕਾਪੀ ਦੇ ਉੱਪਰ, ਮੈਂ ਤਾਂ ਤੁਹਾਨੂੰ ਕੁਐਸਚਨ ਕਰਵਾ ਰਿਹਾ ਕਿਉਂਕਿ ਥਿਊਰੀ ਵੱਲ ਦਾ ਆਪਣੇ ਕੋਲ ਸਮਾਂ ਨਹੀਂ ਹੈ। ਜੇ ਪੇਪਰ ਲੇਟ ਹੋ ਜਾਂਦਾ ਹੈ ਤਾਂ ਜ਼ਰੂਰ ਤੁਹਾਨੂੰ ਥਿਊਰੀ ਦੇ ਅਕੋਰਡਿੰਗ ਵੀ ਸਮਝਾਵਾਂਗੇ ਅਤੇ ਨਾਲ MCQ ਵੀ ਚਲਾਵਾਂਗੇ ਆਪਾਂ, ਪਰ ਹੁਣ ਆਪਣੇ ਕੋਲ ਸਮਾਂ ਨਹੀਂ ਹੈ, ਇਸ ਕਰਕੇ ਮੈਂ ਇਸ ਨੂੰ ਬਣਾ ਰਿਹਾ ਹਾਂ। ਤੁਸੀਂ ਆਪਣੀ ਕਾਪੀ ਦੇ ਉੱਪਰ ਜਿਹੜਾ ਹੈ ਨਾ ਸਮੇਂ ਲਿਖ ਕੇ ਉਹਦੀ ਏਜ ਲਿਖ ਲੈਣਾ, ਕਿਉਂਕਿ ਸੀਕੁਐਂਸ ਵਾਈਜ਼ ਚੱਲਦਾ ਹੁੰਦਾ ਹੈ। ਪਹਿਲਾਂ 5 ਲੱਖ ਤੋਂ 8000 BC ਸੀਗਾ, ਠੀਕ ਹੈ, ਫਿਰ ਇਸ ਤੋਂ ਬਾਅਦ 8000 BC ਤੋਂ ਲੈ ਕੇ 4000 BC ਆ ਗਿਆ, ਫਿਰ 4000 BC ਤੋਂ ਲੈ ਕੇ 2400 BC ਆ ਗਿਆ। ਅਤੇ ਤੁਸੀਂ ਆਪਣੀ ਕਾਪੀ ਦੇ ਉੱਪਰ ਜ਼ਰੂਰ ਨੋਟ ਕਰ ਲਿਓ, ਠੀਕ ਹੈ। ਕੱਲੀ PPT 'ਤੇ ਵੀ ਨਾ ਰਹੋ, ਕਾਪੀ 'ਤੇ ਵੀ ਕੋਈ ਪੁਆਇੰਟ ਨੋਟ ਕਰਦੇ ਰਹੋ, ਕਿਉਂਕਿ PPT ਦੇ ਵਿੱਚ ਸਾਰੇ ਪੁਆਇੰਟਸ ਨਹੀਂ ਹੈਗੇ। ਨੈਕਸਟ ਹੈ ਜੀ ਨਵੀਨ ਪੱਥਰ ਯੁੱਗ ਦੇ ਅਵਸ਼ੇਸ਼ ਕਿੱਥੋਂ ਮਿਲੇ ਹੈਗੇ ਨੇ। ਨਵੀਨ ਪੱਥਰ ਯੁੱਗ ਦੇ ਅਵਸ਼ੇਸ਼ ਮਿਲਿਆ ਕਸ਼ਮੀਰ ਦੇ ਵਿੱਚੋਂ, ਕਰਨਾਟਕ ਦੇ ਵਿੱਚੋਂ, ਬਿਹਾਰ ਦੇ ਵਿੱਚੋਂ, ਤਾਮਿਲਨਾਡੂ ਦੇ ਵਿੱਚੋਂ। ਇਹਨਾਂ ਸਾਰੇ ਸਥਾਨਾਂ ਤੋਂ ਸਾਨੂੰ ਨਵੀਨ ਪੱਥਰ ਜਿਹੜਾ ਨਿਓਲਿਥਿਕ ਏਜ ਦਾ ਸਮਾਂ ਕਹਾਉਂਦਾ ਹੈ, ਇੱਥੋਂ ਇਹ ਸਾਰੇ ਅਵਸ਼ੇਸ਼ ਮਿਲੇ ਨੇਗੇ। ਨੈਕਸਟ ਕੁਐਸਚਨ ਹੈ ਜੀ ਕਿਸ ਯੁੱਗ ਦੇ ਵਿੱਚ ਮਨੁੱਖ ਨੇ ਅਨਾਜ ਉਗਾਉਣਾ ਸ਼ੁਰੂ ਕਰ ਦਿੱਤਾ ਸੀ। ਇਹੋ ਜਿਹੇ ਕੁਐਸਚਨ ਤੁਹਾਨੂੰ ਬਹੁਤ ਆਉਣਗੇ ਅਤੇ ਤੁਹਾਨੂੰ ਕਨਫਿਊਜ਼ ਵੀ ਕਰਨਗੇ ਵੀ ਕਿਹੜਾ ਸੀਗਾ ਸਮਾਂ ਉਹ। ਓਕੇ, ਤਾਂ ਮਨੁੱਖ ਨੇ ਅਨਾਜ ਉਗਾਉਣ ਦਾ ਜਿਹੜਾ ਸ਼ੁਰੂਆਤ ਕੀਤੀ ਹੈ ਉਸ ਯੁੱਗ ਦਾ ਨਾਮ ਸੀ ਨਵੀਨ ਪੱਥਰ ਯੁੱਗ ਹੈ, ਨਿਓਲਿਥਿਕ ਏਜ ਜਿਹੜੀ ਹੈ। ਇਸ ਏਜ ਦੇ ਦੌਰਾਨ ਜਿਹੜਾ ਹੈ ਸਭ ਤੋਂ ਪਹਿਲਾਂ ਮਨੁੱਖ ਨੇ ਅਨਾਜ ਉਗਾਉਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਇਸ ਤੋਂ ਪਹਿਲਾਂ ਤਾਂ ਉਹ ਸ਼ਿਕਾਰ ਵਗੈਰਾ ਕਰਕੇ ਹੀ ਆਪਣੇ ਜੀਵਨ ਦਾ ਨਿਰਵਾਹ ਕਰਦਾ ਸੀ, ਪੱਤੇ ਪੁੱਤੇ ਜੇ ਖਾ ਕੇ। ਬਟ ਹੌਲੀ ਹੌਲੀ ਜਿਹੜਾ ਉਸਨੇ ਹੈ ਨਾ ਮੋਡੀਫਿਕੇਸ਼ਨ ਕੀਤੀ, ਫਿਰ ਉਹਨੂੰ ਪਤਾ ਲੱਗਿਆ ਕਿ ਅਨਾਜ ਉਗਾ ਹੀ ਲੈਣਾ ਚਾਹੀਦਾ ਹੈ। ਹੌਲੀ ਹੌਲੀ ਉਹਨੇ ਖੋਜ ਕੀਤੀ, ਠੀਕ ਹੈ। ਸਾਰੀਆਂ ਚੀਜ਼ਾਂ ਮਨੁੱਖ ਦੀ ਖੋਜ ਦੇ ਨਾਲ ਹੀ ਬਣਦੀਆਂ ਨੇ। ਮਨੁੱਖ ਹੀ ਇੱਕ ਇਹੋ ਜਿਹਾ ਵਿਅਕਤੀ ਹੈ, ਇਹੋ ਜਿਹਾ ਜੀਵ ਹੈ ਜਿਹੜਾ ਕਿ ਖੋਜ ਕਰ ਸਕਦਾ ਹੈ, ਆਪਣੀ ਲੋੜ ਦੇ ਅਨੁਸਾਰ ਕਿਸੇ ਚੀਜ਼ ਨੂੰ ਕਿਸੇ ਮੋਡੀਫਾਈ ਕਰ ਸਕਦਾ ਹੈ। ਓਕੇ, ਤਾਂ ਇਸੇ ਤਰੀਕੇ ਨਾਲ ਅਨਾਜ ਉਗਾਉਣ ਦੀ ਸ਼ੁਰੂਆਤ ਵੀ ਮਨੁੱਖ ਨੇ ਕੀਤੀ ਸੀਗੀ ਅਤੇ ਇਹ ਸਮਾਂ ਸੀ ਨਵੀਨ ਪੱਥਰ ਯੁੱਗ ਦਾ। ਨੈਕਸਟ ਹੈ ਕਿਹੜੇ ਯੁੱਗ ਦੇ ਦੌਰਾਨ ਸੰਸਾਰ ਦੀ ਪਹਿਲੀ ਘਰ ਸਜਾਵਟ ਦੇਖਣ ਨੂੰ ਮਿਲਦੀ ਹੈਗੀ ਆ। ਕਿਹੜੇ ਯੁੱਗ ਦੇ ਦੌਰਾਨ ਸੰਸਾਰ ਦੀ ਸਭ ਤੋਂ ਪਹਿਲੀ ਘਰ ਸਜਾਵਟ ਦੇਖਣ ਨੂੰ ਮਿਲਦੀ ਆ। ਮੀਨਜ਼ ਕਿ ਘਰ ਸਜਾਉਣ ਦੀ ਜਿਹੜੀ ਪ੍ਰਕਿਰਿਆ, ਹੁਣ ਤਾਂ ਅਸੀਂ ਦੀਵਾਲੀ ਵਾਲੀ ਵੈਸੇ ਜਾਂ ਨਵੇਂ ਸਾਲ ਵਾਲੇ ਜ਼ਰੂਰ ਸਮਾਰਦੇ ਹਾਂ, ਸਜਾਵਟ ਕਰਦੇ ਹਾਂ, ਬਟ ਇਹ ਪਹਿਲੀ ਹੈ ਸੰਸਾਰ ਦੇ ਵਿੱਚ ਪਹਿਲੀ ਘਰ ਸਜਾਵਟ ਜਿਹੜੀ ਹੈ ਉਹ ਕਿਹੜੇ ਕਾਲ ਦੇ ਦੌਰਾਨ ਹੋਈ ਸੀ ਕਿ ਲੋਕ ਜਿਹੜੇ ਸੰਭਾਲ ਕੇ ਰੱਖਣ ਲੱਗੇ ਸੀ, ਸਜਾਵਟ ਕਰਕੇ ਰੱਖਣ ਲੱਗੇ ਸੀਗੇ। ਮੀਨਜ਼ ਕਿ ਆਪਣੇ ਘਰਾਂ ਦੇ ਵਿੱਚ ਰੰਗ ਰੋਗਨ ਜਿਵੇਂ ਕਹਿ ਸਕਦੇ ਹਾਂ ਨਾ, ਜਾਂ ਤਸਵੀਰਾਂ ਬਣਾਉਣੀਆਂ, ਡਾਇਗਰਾਮ ਬਣਾਉਣੀਆਂ ਕਰ ਦਿੱਤੀਆਂ ਸੀ ਸ਼ੁਰੂ, ਉਸ ਨੂੰ ਘਰ ਸਜਾਵਟ ਕਿਹਾ ਗਿਆ ਹੈ ਉਸ ਸਮੇਂ ਦੇ ਵਿੱਚ। ਤਾਂ ਇਹ ਨਵੀਨ ਪੱਥਰ ਯੁੱਗ ਦੇ ਵਿੱਚ ਸੀਗੀ। ਸੋ ਇਸ ਦੇ ਦੌਰਾਨ ਇਹ ਘਰ ਦੀ ਸਜਾਵਟ ਕਰਨੀ ਸ਼ੁਰੂ ਕਰ ਦਿੰਦੇ ਨੇ। ਇਹ ਪਹਿਲੀ ਸਜਾਵਟ ਹੈ ਘਰ ਦੀ। ਹੁਣ ਤਾਂ ਅਸੀਂ ਦੀਵਾਲੀ ਵੇਲੇ ਕਰਦੇ ਹਾਂ। ਨੈਕਸਟ ਹੈ ਜੀ ਭਾਰਤ ਦੇ ਵਿੱਚ ਆਦ ਮਨੁੱਖ ਦੁਆਰਾ ਬਣਾਏ ਗਏ ਪੱਥਰ ਚਿੱਤਰ ਕਿੱਥੇ ਦੇਖਣ ਨੂੰ ਮਿਲਦੇ ਨੇ। ਆਦ ਮਨੁੱਖ ਦੇ ਦੁਆਰਾ ਭਾਰਤ ਦੇ ਵਿੱਚ ਕਿਹੜੇ ਸਥਾਨ ਦੇ ਵਿੱਚ ਪੱਥਰ ਚਿੱਤਰ ਮੀਨਜ਼ ਕਿ ਪੱਥਰਾਂ ਦੇ ਉੱਪਰ ਜਿਹੜੇ ਆ ਉਹ ਚਿੱਤਰ ਬਣਾਏ ਦੇਖਣ ਨੂੰ ਮਿਲਦੇ ਨੇ, ਤਾਂ ਉਸ ਸਥਾਨ ਦਾ ਨਾਮ ਕੀ ਹੈ। ਉਸ ਸਥਾਨ ਦਾ ਨਾਮ ਹੈ ਭੀਮ ਬੈਠਕਾਂ। ਵੈਰੀ ਵੈਰੀ ਇੰਪੋਰਟੈਂਟ ਹੈ ਇਹ, ਠੀਕ ਹੈ। ਭੀਮ ਬੈਠਕਾਂ ਨੇ ਇੱਥੇ ਪੁਰਾਤਨ ਮਨੁੱਖ ਦੇ ਜਾਂ ਆਦ ਮਨੁੱਖ ਦੇ ਦੁਆਰਾ ਚਿੱਤਰ ਬਣਾਏ ਹੋਏ ਦਿਖਾਈ ਦਿੰਦੇ ਹੈਗੇ ਨੇ। ਇਹ ਕਿੱਥੇ ਪੈਂਦਾ ਹੈ ਜੀ, ਮੱਧ ਪ੍ਰਦੇਸ਼ ਦੇ ਵਿੱਚ। ਮੱਧ ਪ੍ਰਦੇਸ਼ ਦੇ ਵਿੱਚ ਸਥਿਤ ਹੈ ਭੀਮ ਬੈਠਕਾਂ। ਨੈਕਸਟ ਕੁਐਸਚਨ ਹੈ ਭਾਰਤ, ਚੀਨ ਤੇ ਦੱਖਣੀ ਏਸ਼ੀਆ ਦੇ ਵਿੱਚ ਚਾਵਲ ਦੀ ਖੇਤੀ ਕਦੋਂ ਸ਼ੁਰੂ ਹੋਈ। ਭਾਰਤ ਦੀ ਗੱਲ ਕੀਤੀ ਹੈ, ਚੀਨ ਦੀ ਗੱਲ ਕੀਤੀ ਹੈ, ਅਤੇ ਦੱਖਣੀ ਏਸ਼ੀਆ ਦੀ ਗੱਲ ਕੀਤੀ ਗਈ ਹੈ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਖੇਤੀ ਸ਼ੁਰੂ ਹੋਈ ਸੀ ਉਹ 500 ਈਸਵੀ ਪੂਰਵ ਸਾਲ ਪਹਿਲਾਂ ਸੀਗੀ। 500 ਈਸਵੀ ਪੂਰਵ ਸਾਲ ਪਹਿਲਾਂ, ਠੀਕ ਹੈ। ਇਸ ਸਮੇਂ ਤੋਂ ਪਹਿਲਾਂ ਜਿਹੜੀ ਕਹਿ ਸਕਦੇ ਹਾਂ ਇਹ ਸ਼ੁਰੂਆਤ ਹੋਈ ਹੈਗੀ ਚਾਵਲ ਦੀ ਖੇਤੀ। 3 ਰਾਜਾਂ ਦੀ ਗੱਲ ਕੀਤੀ ਹੈ ਇਹ, ਭਾਰਤ, ਚੀਨ ਅਤੇ ਦੱਖਣੀ ਏਸ਼ੀਆ, ਇਸ ਕਰਕੇ ਇਹਦੇ ਟਾਈਮ ਦੇ ਵਿੱਚ ਫਰਕ ਪਊਗਾ। ਨੈਕਸਟ ਹੈ ਜੀ ਨਵੀਨ ਪੱਥਰ ਯੁੱਗ ਦੀਆਂ ਮਹੱਤਵਪੂਰਨ ਖੋਜਾਂ। ਨਵੀਨ ਪੱਥਰ ਯੁੱਗ ਦੇ ਵਿੱਚ ਸਭ ਤੋਂ ਮਹੱਤਵਪੂਰਨ ਖੋਜ ਹੈ ਅੱਗ ਦੀ। ਸੋ ਇਹਨਾਂ ਨੇ ਕੀ ਕੀਤਾ, ਲੱਕੜ ਦੀ ਹੈ ਨਾ ਗੁਲਾਈ ਬਣਾ ਕੇ ਜਿਹੜਾ ਕਹਿ ਸਕਦੇ ਹਾਂ ਘੁਮਾਉਣਾ ਸ਼ੁਰੂ ਕਰ ਦਿੱਤਾ। ਸੋ ਉੱਥੋਂ ਇਹਨਾਂ ਨੇ ਉਸ ਚੀਜ਼ ਨੂੰ ਲੋਡ ਪੂਰਾ ਕੀਤਾ, ਠੀਕ ਹੈ। ਫਿਰ ਇਹਨਾਂ ਨੇ ਪਹੀਏ ਦੀ ਖੋਜ ਕੀਤੀ, ਇਹ ਅੱਗ ਦੀ ਜਿਹੜੀ ਕਹਿ ਸਕਦੇ ਹਾਂ ਨਾ ਖੋਜ ਕੀਤੀ ਸੀ, ਜਾਣੀ ਕਿ ਪੱਥਰਾਂ ਨੂੰ ਰਗੜ ਕੇ ਜਿਹੜੀ ਹੈ ਅੱਗ ਦੀ ਖੋਜ ਕੀਤੀ। ਥੋੜ੍ਹਾ ਉਲਟ ਹੋ ਗਿਆ ਸੀ।
ਤਾਂ ਅੱਗ ਦੀ ਖੋਜ ਜਿਹੜੀ ਹੈ ਉਹ ਪੱਥਰਾਂ ਨੂੰ ਰਗੜਨ ਦੇ ਨਾਲ ਹੋਈ ਸੀਗੀ ਅਤੇ ਸਵਾਹ ਦੇ ਅਵਸ਼ੇਸ਼ ਮਿਲੇ ਨੇ ਪੁਰਾਤਨ, ਉਹਦੇ ਤੋਂ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਮਨੁੱਖ ਨੇ ਕਿਵੇਂ ਜਿਹੜਾ ਹੈ ਨਾ ਖੋਜ ਕੀਤੀ ਹੈ ਅੱਗ ਦੀ। ਇੱਕ ਪਹੀਆ ਸੀਗਾ, ਸੋ ਇਹਦੀ ਜਿਹੜੀ ਖੋਜ ਕੀਤੀ ਸੀਗੀ ਉਹਨਾਂ ਨੇ, ਹੈ ਨਾ, ਜੋ ਲੱਕੜਾਂ ਹੁੰਦੀਆਂ ਸੀਗੀਆਂ ਉਹਨੂੰ ਹੈ ਨਾ ਮਤਲਬ ਗੋਲਾਈ 'ਚ ਘੁਮਾ ਕੇ ਸੁੱਟੀਆਂ ਜਾਂਦੀਆਂ ਸੀ ਤਾਂ ਕਿ ਉਹ ਛੇਤੀ ਲਿਆ। ਹੌਲੀ ਹੌਲੀ ਫਿਰ ਪੱਥਰਾਂ ਦਾ ਬਣਾਇਆ, ਫਿਰ ਹੌਲੀ ਹੌਲੀ ਮੋਡੀਫਿਕੇਸ਼ਨ ਹੁੰਦੀ ਰਹੀ, ਲੱਕੜ ਆਇਆ, ਪੱਥਰ ਆਈ, ਤਾਂ ਇਸ ਤਰੀਕੇ ਨਾਲ ਆਉਂਦੇ ਹੋਏ ਸਾਡੇ ਕੋਲ ਅੱਜ ਰਬੜ ਦੇ ਟਾਇਰ ਪ੍ਰੋਵਾਈਡ ਹੋ ਗਏ ਨੇ, ਪਹੀਏ ਜਿਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ ਭਾਸ਼ਾ 'ਚ। ਨੈਕਸਟ ਹੈ ਜੀ ਤਾਂਬਾ ਪੱਥਰ ਯੁੱਗ, ਕੈਲੋਲਿਥਿਕ ਔਰ ਕਾਪਰ ਸਟੋਨ ਏਜ ਦਾ ਜਿਹੜਾ ਸਮਾਂ ਹੈ ਉਹ ਕਿੰਨਾ ਹੈ? ਤਾਂ ਤਾਂਬਾ ਪੱਥਰ ਯੁੱਗ ਦਾ ਏਜ ਹੈ 2400 ਤੋਂ ਲੈ ਕੇ 1000 BC ਤੱਕ, 2400 ਤੋਂ ਲੈ ਕੇ 1000 BC ਤੱਕ। ਸੋ ਇਹ ਪਲੀਜ਼ ਰਿਕੁਐਸਟ ਹੈ ਕਿ ਆਪਣੀ ਕਾਪੀ ਦੇ ਉੱਪਰ ਇਹ ਜਿਹੜਾ ਟੇਬਲ ਜ਼ਰੂਰ ਬਣਾ ਲਿਓ ਤਾਂ ਕਿ ਤੁਸੀਂ ਇਸ ਚੀਜ਼ ਨੂੰ ਬੜੇ ਈਜ਼ਲੀ ਜਿਹੜੇ ਤਰੀਕੇ ਨਾਲ ਯਾਦ ਰੱਖ ਸਕੋ। ਨੈਕਸਟ ਹੈ ਜੀ ਤਾਂਬਾ ਪੱਥਰ ਯੁੱਗ ਦੇ ਅਵਸ਼ੇਸ਼ ਮਿਲੇ ਹੈਗੇ ਨੇ ਕਿਹੜੇ ਸਥਾਨ ਤੋਂ ਜੀ? ਬਲੋਚਿਸਤਾਨ ਦੇ ਵਿੱਚੋਂ, ਸਿੰਧ ਦੇ ਇਲਾਕੇ ਦੇ ਵਿੱਚੋਂ, ਪੰਜਾਬ ਦੇ ਵਿੱਚੋਂ, ਇਲਾਹਾਬਾਦ ਦੇ ਵਿੱਚੋਂ, ਯੂਰਪੇ ਦੇ ਵਿੱਚੋਂ, ਕਰਨਾਟਕਾ ਦੇ ਵਿੱਚੋਂ, ਇਹ ਸਾਰੇ ਸਥਾਨਾਂ ਦੇ ਉੱਪਰ ਸਾਨੂੰ ਤਾਂਬਾ ਪੱਥਰ ਯੁੱਗ ਦੇ ਅਵਸ਼ੇਸ਼ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਹੈਗੇ ਨੇ। ਨੈਕਸਟ ਕੁਐਸਚਨ ਹੈ ਕਿਹੜੇ ਕਾਲ ਦੇ ਵਿੱਚ ਲੋਕ ਤਾਂਬੇ ਤੇ ਟਿਨ ਦੇ ਮਿਸ਼ਰਣ ਤੋਂ ਬਣੇ ਕਾਂਸੇ ਤੋਂ ਜਾਣੂ ਨਹੀਂ ਸੀਗੇ? ਸਿੰਪਲ ਜਿਹਾ ਇਹ ਹੈ ਕਿ ਕਾਂਸੇ ਦੇ ਧਾਤ ਤੋਂ ਮਨੁੱਖ ਜਿਹੜਾ ਹੈ ਉਹ ਕਿਹੜੇ ਕਾਲ ਦੇ ਵਿੱਚ ਜਾਣੂ ਨਹੀਂ ਸੀਗਾ, ਠੀਕ ਹੈ, ਕਿਉਂਕਿ ਤਾਂਬੇ ਪਲੱਸ ਟਿਨ ਇਹਨਾਂ ਦੋਨਾਂ ਤੋਂ ਮਿਲ ਕੇ ਬਣਦਾ ਹੈ ਕਾਂਸੇ, ਠੀਕ ਹੈ, ਜਿਹੜੇ ਕਿ ਅਸੀਂ ਹੜੱਪਾ ਸਭਿਅਤਾ ਦੇ ਵਿੱਚ ਦੇਖਦੇ ਹਾਂ ਕਿ ਕਾਂਸੇ ਦੀ ਨਰਤਕ ਦੀ ਮੂਰਤੀ, ਉਹ ਵਾਲਾ ਕਾਂਸਾ ਇਹ। ਸੋ ਇਹ ਤਾਂਬੇ ਤੇ ਟਿਨ ਤੋਂ ਮਿਲ ਕੇ ਜਿਹੜਾ ਬਣਦਾ ਹੈਗਾ ਗਾ। ਅਤੇ ਇਹਦੇ ਵਿੱਚ ਕੀ ਆਉਂਦਾ ਹੈ ਜੀ ਪੱਥਰ ਯੁੱਗ। ਪੱਥਰ ਯੁੱਗ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਪੱਥਰ ਤੋਂ ਹੀ ਜਾਣੇ ਸੀਗੇ, ਉਹ ਤਾਂਬੇ ਤੇ ਟਿਨ ਦੇ ਮਿਸ਼ਰਣ ਤੋਂ ਬਣੇ ਕਾਂਸੇ ਤੋਂ ਜਾਣੂ ਨਹੀਂ ਸੀਗੇ। ਨੈਕਸਟ ਕੁਐਸਚਨ ਹੈ ਮੇਹਰਗੜ੍ਹ ਦੇ ਵਿੱਚ ਖੇਤੀਬਾੜੀ ਕਦੋਂ ਸ਼ੁਰੂ ਹੋਈ? ਕਿਉਂਕਿ ਇਹ ਪਹਿਲੇ ਅਵਸ਼ੇਸ਼ ਮਿਲੇ ਨੇ ਮੇਹਰਗੜ੍ਹ ਦੇ ਵਿੱਚ, ਇਸ ਕਰਕੇ ਇਹਦੀ ਡੇਟ ਜਿਹੜੀ ਹੈ ਨਾ ਉਹ ਯਾਦ ਰੱਖਣਾ। ਤਾਂ 7000 ਈਸਵੀ ਪੂਰਵ ਦੇ ਵਿੱਚ ਮੇਹਰਗੜ੍ਹ ਦੇ ਵਿੱਚ ਖੇਤੀਬਾੜੀ ਦੀ ਸ਼ੁਰੂਆਤ ਕੀਤੀ ਗਈ ਸੀਗੀ। ਭਾਰਤ ਦਾ ਇੱਕ ਸਥਾਨ ਹੈ, ਉੱਥੇ ਸਭ ਤੋਂ ਪਹਿਲਾਂ ਇਸ ਦੀ ਜਿਹੜੀ ਖੇਤੀ ਦੇ ਅਵਸ਼ੇਸ਼ ਮਿਲਦੇ ਨੇ, ਲਗਭਗ ਅੱਜ ਤੋਂ 7000 ਈਸਵੀ ਪੂਰਵ ਸਾਲ ਪਹਿਲਾਂ। ਨੈਕਸਟ ਕੁਐਸਚਨ ਹੈ ਆਦਿ ਮਨੁੱਖ ਨੇ ਸਭ ਤੋਂ ਪਹਿਲਾਂ ਕਿਹੜੀ ਧਾਤ ਦਾ ਪ੍ਰਯੋਗ ਕਰਨਾ ਸਿੱਖਿਆ? ਇਹ ਮੋਸਟ ਇੰਪੋਰਟੈਂਟ ਅਤੇ ਸਭ ਤੋਂ ਈਜ਼ੀ ਹੈਗਾ ਗਾ। ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਤਾਂਬੇ ਦਾ ਇਸਤੇਮਾਲ ਕਰਨਾ ਸਿੱਖਿਆ ਸੀਗਾ। ਮਨੁੱਖ ਨੇ ਸਭ ਤੋਂ ਪਹਿਲਾਂ ਤਾਂਬੇ ਦਾ ਜਿਹੜਾ ਹੈ ਪ੍ਰਯੋਗ ਕਰਨਾ ਸਿੱਖਿਆ ਸੀਗਾ। ਸੋ ਇਹਦੇ ਵਿੱਚ ਦੋ ਕੁਐਸਚਨ ਬਣਦੇ ਹੈਗੇ ਨੇ। ਸੋ ਇਹ ਹੈ ਦੂਸਰਾ ਕਿ ਆਦਿ ਮਨੁੱਖ ਦੇ ਦੁਆਰਾ ਵਰਤੀ ਗਈ ਦੂਸਰੀ ਮੁੱਖ ਧਾਤ, ਪਹਿਲਾਂ ਤਾਂ ਤਾਂਬਾ ਹੋ ਗਿਆ, ਤਾਂ ਦੂਸਰੀ ਕਿਹੜੀ ਹੈ? ਜਿਹਨਾਂ ਨੇ ਦੂਸਰੀ ਪੁੱਛ ਲਿਆ ਤਾਂ ਉਹ 'ਚ ਉਲਝ ਸਕਦੇ ਅਸੀਂ, ਅਤੇ ਇਸ ਲਈ ਕੁਐਸਚਨ ਵੀ ਕ੍ਰੀਏਟ ਕੀਤਾ ਹੈ, ਤਾਂ ਉਸਨੂੰ ਅਸੀਂ ਕਾਂਸਾ ਕਹਿ ਦਿੰਦੇ ਹੈਗੇ ਹਾਂ, ਜਿਹਨੂੰ ਕਾਂਸੇ ਦੀ ਨਰਤਕੀ ਮੂਰਤੀ ਬਣਾਈ ਗਈ ਸੀ ਜਿਹੜੀ, ਹੈ ਨਾ, ਉਹ ਹੈ ਕਾਂਸਾ। ਅਤੇ ਤੀਸਰਾ ਕਿਹੜਾ ਸੀ ਜੀ? ਲੋਹਾ। ਇਸ ਤਰੀਕੇ ਨਾਲ ਯਾਦ ਰੱਖਣੇ ਨੇ, ਤੀਸਰਾ ਜਿਹੜਾ ਹੈ ਉਹ ਲੋਹਾ ਹੈ। ਨੈਕਸਟ ਕੁਐਸਚਨ ਹੈ ਕਰਨੂਲ ਗੁਫਾਵਾਂ ਦੇ ਵਿੱਚ ਮਿਲੀ ਸਵਾਹ ਦਰਸਾਉਂਦੀ ਹੈ ਕਿ ਅੱਗ ਦੀ ਵਰਤੋਂ ਕੀਤੀ ਗਈ ਹੈ, ਜਿਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਆਦਿ ਮਨੁੱਖ ਸੀਗਾ ਜਿਹੜਾ ਉਹ ਅੱਗ ਤੋਂ ਜਾਣੂ ਸੀਗਾ, ਠੀਕ ਹੈ, ਮੀਨਜ਼ ਉਹ ਕਿਸੇ ਨਾ ਕਿਸੇ ਚੀਜ਼ ਨੂੰ ਪਕਾਉਣ ਦੇ ਲਈ, ਬਣਾਉਣ ਦੇ ਲਈ ਅੱਗ ਦਾ ਇਸਤੇਮਾਲ ਕਰਦਾ ਸੀ। ਇਸ ਤੋਂ ਸਾਨੂੰ ਇਸ ਚੀਜ਼ ਦੇ ਸਾਈਨ ਮਿਲਦੇ ਨੇ। ਨੈਕਸਟ ਹੈ ਜੀ ਘਾਹ ਦੇ ਮੈਦਾਨ ਬਹੁਤ ਸਾਰੇ ਖੇਤਰਾਂ ਦੇ ਵਿੱਚ ਵਿਕਸਿਤ ਹੋ ਗਏ ਸੀਗੇ, ਮੀਨਜ਼ ਕਿ ਘਾਹ ਦੇ ਮੈਦਾਨ ਵੀ ਡਿਵੈਲਪ ਹੋਣੇ ਸ਼ੁਰੂ ਹੋ ਗਏ ਸੀਗੇ। ਤਾਂ ਅੱਜ ਤੋਂ ਤਕਰੀਬਨ 12000 ਸਾਲ ਪਹਿਲਾਂ ਘਾਹ ਦੇ ਮੈਦਾਨ ਬਣਨੇ ਸ਼ੁਰੂ ਹੋ ਗਏ ਸੀਗੇ ਧਰਤੀ ਦੇ ਉੱਪਰ, ਜਿਹਦੇ ਵਿੱਚ ਮਨੁੱਖ ਵੀ ਇਨਵੋਲਵ ਸੀਗਾ, ਉਹਨੇ ਇਸ ਨੂੰ ਉਗਾਉਣ ਦੇ ਵਿੱਚ ਵੀ ਮਦਦ ਕੀਤੀ। ਨੈਕਸਟ ਹੈ ਮੀਨਜ਼ ਕਿ ਉਹ ਨਾਲ ਹੀ ਅਟੈਚ ਸੀਗਾ ਇਹਦੇ, ਕਿਉਂਕਿ ਪਸ਼ੂਆਂ ਨੂੰ ਚਰਾਉਣਾ ਜਾਂ ਉਸ ਤੋਂ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਕਰਨੀਆਂ। ਹੰਗਸ਼ਾਈ ਦੇ ਸੰਦ ਬਣੇ ਸੀਗੇ, ਹੰਗਸ਼ਾਈ ਦੇ ਜਿਹੜੇ ਸੰਦ ਸੀਗੇ ਉਹ ਕਿਸ ਦੇ ਬਣੇ ਹੁੰਦੇ ਸੀਗੇ? ਤਾਂ ਉਹ ਚੂਨੇ ਦੇ ਪੱਥਰ ਦੇ ਬਣੇ ਹੋਏ ਅੰਗ ਸੀਗੇ, ਸੰਦ ਸੀਗੇ, ਓਕੇ। ਹੰਗਸਾਈ ਦੇ ਸੰਦ ਸੀਗੇ ਜਿਹੜੇ ਉਹ ਚੂਨੇ ਦੇ ਪੱਥਰ ਦੇ ਦੁਆਰਾ ਬਣੇ ਹੋਏ ਸੀਗੇ, ਚੂਨੇ ਦੇ ਪੱਥਰ ਦਾ ਇਸਤੇਮਾਲ ਕਰਕੇ ਬਣਾਇਆ ਜਾਂਦਾ ਸੀ ਇਹਨਾਂ ਨੂੰ। ਨੈਕਸਟ ਹੈ ਸ਼ੁਤਰਮੁਰਗੇ ਦੇ ਭਾਰਤ ਦੇ ਵਿੱਚ ਕਿਹੜੇ ਯੁੱਗ ਦੇ ਵਿੱਚ ਅਵਸ਼ੇਸ਼ ਮਿਲਦੇ ਨੇਗੇ? ਯਾਨੀ ਕਿ ਸ਼ੁਤਰਮੁਰਗਾ ਜਿਹੜਾ ਹੈ ਉਹ ਭਾਰਤ ਦੇ ਵਿੱਚ ਕਿਹੜੇ ਯੁੱਗ ਦੇ ਵਿੱਚ ਪਾਇਆ ਜਾਂਦਾ ਸੀਗਾ, ਉਹਦੇ ਅਵਸ਼ੇਸ਼ ਮਿਲੇ ਨੇ। ਤਾਂ ਕਿਹੜੇ ਯੁੱਗ ਦੇ ਵਿੱਚ ਸੀਗਾ ਜੀ? ਪੁਰਾਤਨ ਪੱਥਰ ਯੁੱਗ ਦੇ ਵਿੱਚ ਭਾਰਤ ਦੇ ਵਿੱਚ ਸ਼ੁਤਰਮੁਰਗਾ ਜਿਹੜਾ ਹੈ ਉਹ ਰਹਿੰਦਾ ਸੀ, ਜਿਹਨੂੰ ਅੱਜ ਵੀ ਅਸੀਂ ਦੇਖਦੇ ਹਾਂ, ਯਾਨੀ ਕਿ ਬਹੁਤ ਪੁਰਾਣਾ ਹੈ ਨਾ ਦੇਖਣ ਨੂੰ ਮਿਲਦਾ ਹੈ। ਸ਼ੁਤਰਮੁਰਗੇ ਦੇ ਅਵਸ਼ੇਸ਼ ਭਾਰਤ ਦੇ ਵਿੱਚ ਮਿਲਦੇ ਨੇ ਜਿਹੜੇ ਕਿ ਪੁਰਾਤਨ ਪੱਥਰ ਯੁੱਗ ਦੇ ਨੇਗੇ, ਓਕੇ। ਨੈਕਸਟ ਕੁਐਸਚਨ ਹੈ 26 ਨੰਬਰ, ਸ਼ਬਦ ਨਵਾਂ ਪੱਥਰ ਯੁੱਗ ਸਭ ਤੋਂ ਪਹਿਲਾਂ ਕਿਸ ਨੇ ਘੜਿਆ ਸੀ? ਮੀਨਜ਼ ਕਿ ਸਭ ਤੋਂ ਪਹਿਲਾਂ ਇਸ ਸ਼ਬਦ ਦਾ ਕਿਸ ਨੇ ਪ੍ਰਯੋਗ ਕੀਤਾ ਸੀ ਕਿ ਇਹ ਨਵਾਂ ਪੱਥਰ ਯੁੱਗ ਹੈ, ਨਿਊ ਪਲੈਥੋਰਿਕ ਜਿਹੜਾ ਹੈ ਏਜ ਹੈ। ਤਾਂ ਇਹ ਸਰ ਜੌਹਨ ਲੋਬਕ ਦੇ ਦੁਆਰਾ ਸਭ ਤੋਂ ਪਹਿਲੀ ਵਾਰ ਵਰਤਿਆ ਗਿਆ ਸ਼ਬਦ ਸੀਗਾ, ਠੀਕ ਹੈ, ਸਭ ਤੋਂ ਪਹਿਲੀ ਵਾਰ ਵਰਤਿਆ ਗਿਆ ਸ਼ਬਦ ਸੀ ਸਰ ਜੌਹਨ ਲੋਬਕ ਦੇ ਦੁਆਰਾ। ਨੈਕਸਟ ਕੁਐਸਚਨ ਹੈ ਮੱਧ ਪੱਥਰ ਯੁੱਗ ਤੇ ਪੁਰਾਤਨ ਪੱਥਰ ਯੁੱਗ ਦੇ ਵਿੱਚ ਚਿੱਤਰਕਾਰੀ ਲਈ
ਕਿਹੜਾ ਰੰਗ ਵਰਤਿਆ ਜਾਂਦਾ ਸੀ, ਚਾਹੇ ਤਾਂ ਉਹ ਮੱਧ ਪੱਥਰ ਯੁੱਗ ਸੀ ਤੇ ਚਾਹੇ ਪੁਰਾਤਨ ਪੱਥਰ ਯੁੱਗ। ਉਸ ਸਮੇਂ ਜਿਹੜੀ ਡਰਾਇੰਗ ਜਿਹੜੀ ਚਿੱਤਰਕਾਰੀ ਕੀਤੀ ਜਾਂਦੀ ਸੀ, ਪ੍ਰਮੁੱਖ ਤੌਰ ਦੇ ਉੱਪਰ ਕਿਹੜਾ ਰੰਗ ਇਸਤੇਮਾਲ ਕੀਤਾ ਜਾਂਦਾ ਸੀ, ਤਾਂ ਉਹਨਾਂ ਦੇ ਲਈ ਮੋਸਟਲੀ ਲਾਲ ਰੰਗ, ਰੈੱਡ ਰੰਗ ਜਿਹੜਾ ਹੈ, ਰੈੱਡ ਕਲਰ ਜਿਹੜਾ ਹੈ ਉਹਦਾ ਪ੍ਰਯੋਗ ਕੀਤਾ ਜਾਂਦਾ ਸੀ। ਨੈਕਸਟ ਕੁਐਸਚਨ ਹੈ, ਨਵੇਂ ਪੱਥਰ ਯੁੱਗ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਕਿਹੜਾ ਜਾਨਵਰ ਪਾਲਿਆ ਸੀ। ਨਵੇਂ ਪੱਥਰ ਯੁੱਗ ਦੇ ਨੇ ਤਾਂ ਨਵੇਂ ਪੱਥਰ ਯੁੱਗ ਦੇ ਨੇ ਸਭ ਤੋਂ ਪਹਿਲਾਂ ਕੁੱਤੇ ਨੂੰ ਜਿਹੜਾ ਹੈ, ਡੌਗ ਨੂੰ ਪਾਲਿਆ ਸੀਗਾ। ਕੁੱਤੇ ਤੋਂ ਸ਼ੁਰੂਆਤ ਹੋਈ ਹੈ, ਇਸ ਕਰਕੇ ਇਹਨੂੰ ਪਾਲਤੂ ਰੱਖਿਆ ਜਾਂਦਾ ਹੈ ਤੇ ਸਭ ਤੋਂ ਵਫਾਦਾਰ ਵੀ ਹੈ ਨਾ ਕਿਹਾ ਜਾਂਦਾ ਹੈ, ਮੰਨਿਆ ਜਾਂਦਾ ਹੈ। ਨੈਕਸਟ ਹੈ ਜੀ, ਮਿੱਟੀ ਦੇ ਭਾਂਡੇ ਸਭ ਤੋਂ ਪਹਿਲਾਂ ਕਿਸ ਯੁੱਗ ਦੇ ਵਿੱਚ ਬਣੇ ਸੀਗੇ। ਮਿੱਟੀ ਦੇ ਭਾਂਡੇ ਜਿਹੜੇ ਹੈ ਉਹ ਸਭ ਤੋਂ ਪਹਿਲਾਂ ਕਿਸ ਯੁੱਗ ਦੇ ਵਿੱਚ ਬਣੇ ਹੋਏ ਪਾਏ ਗਏ ਸੀ, ਤਾਂ ਪੁਰਾਤਨ ਪੱਥਰ ਯੁੱਗ ਦੇ ਵਿੱਚ ਸਭ ਤੋਂ ਪਹਿਲਾਂ ਮਿੱਟੀ ਦੇ ਭਾਂਡੇ ਬਣੇ ਜਿਹੜੇ ਉਹ ਪਾਏ ਗਏ ਸੀਗੇ, ਯਾਨੀ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਹੋ ਗਈ ਸੀ ਇਸ ਦੀ। ਨੈਕਸਟ ਹੈ, ਪੈਲੋਲਿਥਿਕ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ। ਸੋ ਇਹ ਸ਼ਬਦ ਹੈਗਾ ਜੀ ਯੂਨਾਨੀ ਭਾਸ਼ਾ ਦਾ। ਠੀਕ ਹੈ, ਮੋਸਟਲੀ ਸਾਰੇ ਸ਼ਬਦ ਇਹ ਯੂਨਾਨੀ ਭਾਸ਼ਾ ਦੇ ਹੀ ਹੁੰਦੇ ਨੇ ਮੋਸਟਲੀ। ਠੀਕ ਹੈ, ਇਹ ਨਾ ਹੋਵੇ ਕਿ ਹਰੇਕ ਤੇ ਲਾਈ ਜਾਊਂ, ਬਹੁਤੇ ਜਿਹੜੇ ਯੂਨਾਨੀ ਭਾਸ਼ਾ ਦੇ ਹੁੰਦੇ ਹੈਗੇ ਨੇ। ਨੈਕਸਟ ਹੈ ਜੀ, ਸਹੀ ਕਰਮ ਕਰਨਾ ਹੈ। ਸੋ ਇਸ ਏਜ ਨੂੰ ਆਪਾਂ, ਵੈਸੇ ਤਾਂ ਇਹ ਆਪਸ਼ਨਸ ਸੀਗੀਆਂ, ਠੀਕ ਹੈ, ਬਟ ਆਪਾਂ ਇੱਕ ਵਾਰੀ 'ਚ ਇਸ ਨੂੰ ਡਿਸਕਸ ਕਰਦੇ ਹਾਂ। ਕਈ ਵਾਰ ਤੁਹਾਨੂੰ ਇਹੋ ਜਿਹਾ ਕੁਐਸਚਨ ਆ ਜਾਂਦਾ ਹੁੰਦਾ ਕਿ ਸੀਕੁਐਂਸ ਵਾਈਜ਼ ਕਿਵੇਂ ਕਰੋਗੇ। ਪਹਿਲਾਂ ਤੁਸੀਂ ਪੱਥਰ ਯੁੱਗ ਹੈ, ਪਹਿਲਾ ਸਮਾਂ ਇਹ ਆਇਆ ਸੀ। ਫਿਰ ਇਸ ਤੋਂ ਬਾਅਦ ਤਾਂਬਾ ਯੁੱਗ ਹੁੰਦਾ ਹੈ, ਜਦੋਂ ਤਾਂਬੇ ਦੀ ਖੋਜ ਹੋ ਜਾਂਦੀ ਹੈ। ਫਿਰ ਇਸ ਤੋਂ ਬਾਅਦ ਕਾਂਸਾ ਯੁੱਗ ਆਉਂਦਾ ਹੈ, ਕਿਉਂਕਿ ਇਸ ਦੇ ਵਿੱਚ ਕਾਂਸੇ ਦੀ ਜਿਹੜੀ ਹੈ ਉਹ ਖੋਜ ਹੋ ਚੁੱਕੀ ਹੁੰਦੀ ਹੈ। ਫਿਰ ਚੌਥਾ ਆਉਂਦਾ ਹੈ ਜਿਹਨੂੰ ਲੋਹਾ ਯੁੱਗ ਕਿਹਾ ਜਾਂਦਾ ਹੈ। ਤਾਂ ਸੀਕੁਐਂਸ ਵਾਈਜ਼ ਜ਼ਰੂਰ ਯਾਦ ਰੱਖਣਾ, ਪਹਿਲਾਂ ਪੱਥਰ ਯੁੱਗ, ਫਿਰ ਤਾਂਬਾ, ਫਿਰ ਕਾਂਸਾ, ਫਿਰ ਲੋਹਾ। ਬਹੁਤ ਸੌਖਾ ਹੈ, ਠੀਕ ਹੈ, ਬਟ ਇੱਕ ਵਾਰ ਤੁਹਾਨੂੰ ਰਿਵਾਈਜ਼ ਕਰਨ ਦੀ ਜ਼ਰੂਰਤ ਹੈ। ਨੈਕਸਟ ਹੈ, ਬਾਕੀ ਲਈ ਜਿਹੜਾ ਤੁਹਾਨੂੰ ਏਜ ਦੇ ਅਕੋਰਡਿੰਗ ਹੈ ਉਹ ਟੇਬਲ ਬਣਾ ਲੈਣਾ, ਉੱਥੇ ਤੁਹਾਨੂੰ ਬਹੁਤ ਸੌਖੇ ਨਾਲ ਉਹ ਯਾਦ ਰਹਿ ਜਾਊਗਾ। ਨੈਕਸਟ ਹੈ ਪੁਰਾਤਨ ਮਨੁੱਖ। ਸੋ ਪੁਰਾਤਨ ਮਨੁੱਖ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਉਹ ਕਿਸ ਤਰੀਕੇ ਦੇ ਜਿਹੜੇ ਕੰਮ ਕਰਨੇ ਸਿੱਖਿਆ ਸੀਗਾ। ਸਭ ਤੋਂ ਪਹਿਲਾਂ ਪੁਰਾਤਨ ਮਨੁੱਖ ਸੀ ਜਿਹੜਾ, ਉਹ ਸਭ ਤੋਂ ਪਹਿਲਾਂ ਸ਼ਿਕਾਰੀ ਸੀਗਾ, ਜੰਗਲਾਂ ਦੇ ਵਿੱਚ ਜਾਂਦਾ, ਠੀਕ ਹੈ, ਕਿਸੇ ਵੀ ਜੀਵ ਨੂੰ ਮਾਰ ਲੈਂਦਾ ਸੀਗਾ ਹਥਿਆਰਾਂ ਦੇ ਨਾਲ, ਪੱਥਰਾਂ ਦੇ ਨਾਲ, ਫਿਰ ਉਹਨੂੰ ਖਾ ਲੈਂਦਾ ਸੀ, ਕੱਚਾ ਹੀ ਮਾਸ ਖਾਂਦਾ ਹੁੰਦਾ ਸੀਗਾ ਉਹ। ਇਹ ਵੀ ਓਕੇ, ਬਾਅਦ ਦੇ ਵਿੱਚ ਭੁੰਨਣਾ ਸ਼ੁਰੂ ਕੀਤਾ ਉਹਨਾਂ ਨੇ ਜਦੋਂ ਉਹਨਾਂ ਨੇ ਅੱਗ ਦੀ ਖੋਜ ਕੀਤੀ ਸੀ, ਪਹਿਲਾਂ ਕੱਚਾ ਹੀ ਮਾਸ ਖਾਂਦੇ ਸੀਗੇ। ਓਕੇ, ਇਸ ਤੋਂ ਇਲਾਵਾ ਉਹ ਪੇੜ ਪੌਦੇ ਦੇ ਜਿਹੜੇ ਪੈਸੇ ਪੱਤੇ ਪੁੱਤੇ ਸੀ ਉਹ ਖਾ ਕੇ ਵੀ ਗੁਜ਼ਾਰਾ ਕਰਦੇ ਸੀਗੇ। ਤਾਂ ਪਹਿਲਾਂ ਮਨੁੱਖ ਸੀਗਾ ਜਿਹੜਾ ਉਹ ਸ਼ਿਕਾਰੀ ਸੀ। ਫਿਰ ਉਸਨੇ ਬਾਅਦ ਜਿਹੜਾ ਹੈ, ਉਸ ਤੋਂ ਬਾਅਦ ਜਿਹੜਾ ਹੈ ਉਹਨੇ ਭੋਜਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਇੱਕ ਵਾਰੀ ਉਹ ਖਾਂਦੇ ਸੀ, ਉਸ ਤੋਂ ਬਾਅਦ ਫਿਰ ਭੁੱਖੇ ਮਰਦੇ ਸੀ ਜੇਕਰ ਸ਼ਿਕਾਰ ਨਾ ਆਉਂਦਾ। ਅਤੇ ਇਸ ਨੂੰ ਉਹਨੂੰ ਨਿਪਟਣ ਦੇ ਲਈ ਕੀ ਕੀਤਾ ਕਿ ਉਹਨੇ ਭੋਜਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਕਿ ਰੱਖਣਾ ਸ਼ੁਰੂ ਕਰ ਦਿੱਤਾ, ਤਾਂ ਕਿ ਜਦੋਂ ਭੁੱਖ ਲੱਗੇ, ਠੀਕ ਹੈ, ਤਾਂ ਬੈੱਡ ਦੇ ਸਿਰਹਾਣੇ ਬੈਠ ਕੇ ਖਾ ਲਿਆ ਜਾਵੇ। ਸੋ ਇਸ ਤਰ੍ਹਾਂ ਦੀ ਜਿਹੜੀ ਸ਼ੁਰੂਆਤ ਉਹਨਾਂ ਨੇ ਕੀਤੀ। ਫਿਰ ਇਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਨਿਪੁੰਨ ਭੋਜਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਸ਼ਿਕਾਰੀ ਸੀ, ਫਿਰ ਭੋਜਨ ਇਕੱਠਾ ਕਰਨਾ ਸ਼ੁਰੂ ਕੀਤਾ। ਫਿਰ ਉਸ ਨੇ ਪੂਰੇ ਨਿਪੁੰਨ ਤਰੀਕੇ ਦੇ ਨਾਲ, ਕਿ ਇਹੋ ਜਿਹੇ ਤਰੀਕੇ ਨਾਲ ਭੋਜਨ ਇਕੱਠਾ ਸ਼ੁਰੂ ਕੀਤਾ ਕਿ ਉਹ ਲੰਬੇ ਸਮੇਂ ਤੱਕ ਉਹਨਾਂ ਨੂੰ ਜਿਹੜਾ ਵਰਤੋਂ ਦੇ ਵਿੱਚ ਰਹੇ। ਫਿਰ ਉਸ ਤੋਂ ਬਾਅਦ ਜਦੋਂ ਇਹ ਚੀਜ਼ ਵੀ ਉਹਨਾਂ ਨੇ ਕੰਪਲੀਟ ਕਰ ਲਈ, ਫਿਰ ਉਹਨਾਂ ਨੇ ਚਰਵਾਹੇ ਦੀ ਜਿਹੜੀ ਕਹਿ ਸਕਦੇ ਹਾਂ ਸ਼ੁਰੂਆਤ ਕੀਤੀ, ਕਿ ਜਿਹੜੇ ਪਸ਼ੂ ਸੀਗੇ ਉਹਨਾਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ, ਤਾਂ ਕਿ ਜਿਹੜਾ ਹੈ ਜਿਵੇਂ ਦੁੱਧ ਜਾਂ ਮਾਸ ਹੈ ਉਹ ਪੱਕਾ ਤੌਰ 'ਤੇ ਉਹਨਾਂ ਨੂੰ ਪ੍ਰਾਪਤ ਹੋਣਾ ਸ਼ੁਰੂ ਜਾਵੇ। ਤਾਂ ਫਿਰ ਉਹਨਾਂ ਨੂੰ ਉਹ ਪਾਲਣ ਦੇ ਲਈ ਚਾਰ ਕੇ ਲਿਆਉਂਦੇ ਸੀ, ਜਿਹਦੇ ਆਧਾਰ ਦੇ ਉੱਪਰ ਉਹਨੂੰ ਚਰਵਾਹੇ ਕਿਹਾ ਜਾਂਦਾ ਸੀ। ਨੈਕਸਟ ਕੁਐਸਚਨ ਹੈ, ਮੇਹਰਗੜ੍ਹ ਦੇ ਵਿੱਚ ਮ੍ਰਿਤਕ ਦੇ ਨਾਲ ਕਿਹੜੇ ਜਾਨਵਰ ਨੂੰ ਦੱਬਿਆ ਗਿਆ ਸੀਗਾ। ਮੇਹਰਗੜ੍ਹ ਦੇ ਵਿੱਚ ਇੱਕ ਅਵਿਸ਼ੇਸ਼ ਮਿਲਦਾ ਹੈ ਕਿ ਇੱਕ ਵਿਅਕਤੀ ਜਿਹੜਾ ਮ੍ਰਿਤਕ ਹੈ ਉਹ ਦੱਬਿਆ ਹੋਇਆ ਹੈ, ਅਤੇ ਉਹਦੇ ਨਾਲ ਇੱਕ ਜਾਨਵਰ ਵੀ ਦੱਬਿਆ ਹੋਇਆ ਪਾਇਆ ਗਿਆ ਹੈ। ਉਸ ਜਾਨਵਰ ਦਾ ਨਾਮ ਸੀ ਬੱਕਰੀ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ ਹੈ ਉਹ ਬੱਕਰੀ ਦੀ ਵੀ ਜਿਹੜਾ ਕਹਿ ਸਕਦੇ ਨਾ ਪਾਲਤੂ ਰੂਪ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਸੀ। ਨੈਕਸਟ ਹੈ, ਮੇਹਰਗੜ੍ਹ ਦੇ ਵਿੱਚ ਬਸਤੀਆਂ ਬਣਨਾ ਕਿਸ ਸਮੇਂ ਦੀ ਗੱਲ ਹੈ। ਤਾਂ ਲਗਭਗ 8000 ਸਾਲ ਪਹਿਲਾਂ ਜਿਹੜਾ ਮੇਹਰਗੜ੍ਹ ਦੇ ਵਿੱਚ ਬਸਤੀਆਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਸੀਗੀਆਂ, ਯਾਨੀ ਕਿ ਬਸਤੀਆਂ ਦੇ ਵਿੱਚ ਝੁੰਡ ਦੇ ਵਿੱਚ ਰਹਿਣਾ ਲੋਕਾਂ ਨੇ ਪਸੰਦ ਕਰਨਾ ਕਰ ਲਿਆ ਸੀਗਾ। ਨੈਕਸਟ ਹੈ ਜੀ, ਚਾਵਲ ਦੀ ਖੇਤੀ ਦੇ ਸਭ ਤੋਂ ਪ੍ਰਾਚੀਨ ਉਦਾਹਰਨ ਕਿੱਥੋਂ ਮਿਲਦੀ ਹੈਗੀ ਆ। ਸਭ ਤੋਂ ਪ੍ਰਾਚੀਨ, ਤਾਂ ਸਭ ਤੋਂ ਪ੍ਰਾਚੀਨ ਜਿਹੜੀ ਹੈ ਉਦਾਹਰਨ ਮਿਲਦੀ ਹੈ ਜੀ ਕੋਲਡੀਬਾ ਦੇ ਵਿੱਚ। ਠੀਕ ਹੈ, ਕੋਲਡੀਬਾ ਦੇ ਵਿੱਚ ਸਭ ਤੋਂ ਪੁਰਾਣੀ ਜਿਹੜੀ ਹੈ ਐਗਜ਼ਾਮਪਲ ਦੇਖਣ ਨੂੰ ਮਿਲਦੀ ਹੈ ਚਾਵਲ ਦੀ। ਇੱਕ ਚੀਜ਼ ਧਿਆਨ ਰੱਖਣਾ ਕਿ ਚਾਵਲ ਦਾ ਜਿਹੜਾ ਜਨਮਦਾਤਾ ਹੈ ਉਹ ਚੀਨ ਹੀ ਹੈ। ਚੀਨ ਦੇ ਵਿੱਚ ਜਿਹੜਾ ਹੈ ਚਾਵਲ ਉਗਾਇਆ ਗਿਆ ਸੀਗਾ, ਅਤੇ ਕੌਫੀ ਦਾ ਅਫਰੀਕਾ ਹੈ। ਅਫਰੀਕਾ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਨਾ ਕੌਫੀ ਉਗਾਈ ਜਾਂਦੀ ਹੈ, ਇਸ ਕਰਕੇ ਉਹਨੂੰ ਜਨਮਦਾਤਾ ਕਿਹਾ ਜਾਂਦਾ ਹੈ। ਨੈਕਸਟ ਹੈ ਜੀ 36 ਨੰਬਰ, ਪਹਿਲੇ ਸਮੇਂ ਦੇ ਵਿੱਚ ਦਾਣੇ ਇਕੱਠੇ ਕਰਨ ਦਾ ਕਿਹੜਾ ਢੰਗ ਸੀਗਾ। ਤਾਂ ਦਾਣੇ ਨੂੰ ਇਕੱਠੇ ਕਰਨ ਦੇ ਲਈ ਕਈ ਢੰਗ ਵਰਤੇ ਜਾਂਦੇ ਸੀ ਪੁਰਾਣੇ ਸਮਿਆਂ ਦੇ ਵਿੱਚ। ਚੀਨੀ ਦੇ ਭਾਂਡਿਆਂ ਦੇ ਵਿੱਚ ਰੱਖਿਆ ਜਾਂਦਾ ਸੀ, ਧਰਤੀ ਦੇ ਵਿੱਚ ਖੁੱਡਾਂ ਪੁੱਟਣੀਆਂ ਅਤੇ ਉਹਦੇ ਵਿੱਚ ਦਾਣੇ ਰੱਖਣੇ, ਅਤੇ ਟਿਕਰੀਆਂ ਜਿਹੜੀਆਂ ਹੁੰਦੀਆਂ ਸੀ ਉਹਦੇ ਵਿੱਚ ਸੰਭਾਲ ਕੇ ਰੱਖਦੇ ਹੁੰਦੇ ਸੀਗੇ ਜੀ ਦਾਣਿਆਂ ਨੂੰ, ਠੀਕ ਹੈ, ਤਾਂ ਕਿ ਉਹਨੂੰ ਬਚਾ ਕੇ ਲੰਬੇ ਸਮੇਂ ਤੱਕ ਬਚਾਇਆ ਜਾ ਸਕੇ। ਨੈਕਸਟ ਹੈ ਬੁਰਜ ਹੋਮ ਦੀ ਵਿਸ਼ੇਸ਼ਤਾ ਹੈ। ਤਾਂ ਬੁਰਜ ਹੋਮ ਦੀ ਵਿਸ਼ੇਸ਼ਤਾ ਜੀ ਖਾਈਨੁਮਾ ਘਰ। ਬੁਰਜਨੁਮਾ ਹੋਮ ਇੱਕ ਸਥਾਨ ਹੈ, ਉੱਥੇ ਖਾਈਨੁਮਾ ਘਰ ਜਿਹੜੇ ਉਹ ਪਾਏ ਗਏ ਨੇ, ਇਹ ਇਹਦੀ ਵਿਸ਼ੇਸ਼ਤਾ ਹੈਗੀ ਹੈ। ਨੈਕਸਟ ਕੁਐਸਚਨ ਹੈ, ਜਾਨਵਰਾਂ ਨੂੰ ਪਾਲਣਾ ਸ਼ੁਰੂ ਕੀਤਾ ਗਿਆ।
ਸੋ ਪਹਿਲਾਂ ਜਾਨਵਰਾਂ ਨੂੰ ਮਾਰਿਆ ਜਾਂਦਾ ਸੀ, ਫਿਰ ਇਹ ਸੀਗਾ ਕਿ ਭੋਜਨ ਨੂੰ ਹੈ ਨਾ ਰੱਖਣ ਦੇ ਲਈ ਲੋੜ 'ਤੇ, ਜਾਣੀ ਕਿ ਕਹਿ ਸਕਦੇ ਹਾਂ ਭੋਜਨ ਬਣਾਉਣ ਦੇ ਲਈ ਫਿਰ ਉਹਨੂੰ ਪਾਲਣਾ ਸ਼ੁਰੂ ਕਰ ਦਿੱਤਾ, ਤਾਂ ਕਿ ਜਦੋਂ ਵੀ ਲੋੜ ਪਵੇ ਕਿਸੇ ਬੱਕਰੀ ਭੇਡ ਨੂੰ ਵੱਢ ਕੇ ਹੈ ਨਾ ਭੋਜਨ, ਕਿਉਂਕਿ ਮਾਸ ਹੀ ਹੁੰਦਾ ਸੀ ਉਦੋਂ, ਤਾਂ ਉਹਨੂੰ ਜਿਹੜੀ ਇਹ ਘਾਟ ਨੂੰ ਪੂਰਾ ਕੀਤਾ ਜਾ ਸਕੇ। ਤਾਂ ਇਸ ਲਈ ਜਾਨਵਰਾਂ ਨੂੰ ਜਿਹੜੀ ਪਾਲਣ ਦੀ ਪ੍ਰਥਾ ਹੈ ਇਹ ਸ਼ੁਰੂ ਹੋਈ ਸੀ ਲਗਭਗ 12,000 ਸਾਲ ਪਹਿਲਾਂ। 12,000 ਸਾਲ ਪਹਿਲਾਂ। ਨੈਕਸਟ ਹੈ ਤੁਰਕੀ ਦੇ ਵਿੱਚ ਨਵੇਂ ਪੱਥਰ ਯੁੱਗ ਦੀ ਮਸ਼ਹੂਰ ਥਾਂ ਕਿਹੜੀ ਹੈ? ਤੁਰਕੀ ਦੇ ਵਿੱਚ ਪੁੱਛਿਆ ਗਿਆ ਹੈ। ਤਾਂ ਤੁਰਕੀ ਦੇ ਵਿੱਚ ਪ੍ਰਸਿੱਧ ਸਥਾਨ ਹੈ ਕਾਟ ਹਾਯੁਕ ਜਿਹੜੀ ਹੈ ਇਹ ਸਥਾਨ ਤੁਰਕੀ ਦੇ ਵਿੱਚ ਹੈ, ਜਿਹੜਾ ਕਿ ਨਵੇਂ ਪੱਥਰ ਯੁੱਗ ਦੀ ਮਸ਼ਹੂਰ ਥਾਂ ਮੰਨੀ ਜਾਂਦੀ ਹੈਗੀ ਆ। ਨੈਕਸਟ ਕੁਐਸਚਨ ਹੈ ਚਰਾਂਦ ਕਿਹੜੇ ਥਾਂ ਦੀ ਮਸ਼ਹੂਰ ਜਗ੍ਹਾ ਹੈ? ਸਥਾਨ ਹੈ ਚਰਾਂਦ। ਤਾਂ ਚਰਾਂਦ ਜਿਹੜਾ ਹੈ ਇਹ ਕਸ਼ਮੀਰ ਦੇ ਵਿੱਚ ਸਥਿਤ ਹੈ, ਜਿਹੜਾ ਕਿ ਪ੍ਰਾਚੀਨ ਸੱਭਿਅਤਾਵਾਂ ਦੇ ਨਾਲ ਸੰਬੰਧਿਤ ਹੈ, ਪ੍ਰਾਚੀਨ ਮਨੁੱਖ ਦੇ ਅਵਸ਼ੇਸ਼ਾਂ ਦੇ ਨਾਲ ਸੰਬੰਧਿਤ ਕੇਂਦਰ ਹੈ। ਨੈਕਸਟ ਕੁਐਸਚਨ ਹੈ ਜੀ ਸਭ ਤੋਂ ਪਹਿਲਾਂ ਕਿਹੜਾ ਜਾਨਵਰ ਪਾਲਤੂ ਬਣਾਇਆ ਗਿਆ ਸੀ? ਸਭ ਤੋਂ ਪਹਿਲਾਂ ਬਣਾਇਆ ਗਿਆ ਸੀ ਕੁੱਤਾ ਜੀ, ਇਹ ਵੀ ਤੁਹਾਨੂੰ ਦੱਸ ਚੁੱਕਿਆ ਹੈਗਾ। ਓਕੇ, ਨੈਕਸਟ ਹੈ ਜੀ ਆਂਧਰਾ ਪ੍ਰਦੇਸ਼ ਦੇ ਵਿੱਚ ਨਵੇਂ ਪੱਥਰ ਯੁੱਗ ਦੀਆਂ 2 ਥਾਵਾਂ। ਆਂਧਰਾ ਪ੍ਰਦੇਸ਼ ਦੀ ਗੱਲ ਕੀਤੀ ਆ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਹਲੂਰ ਤੇ ਪੀਆਮਾਪਲੀ ਜਿਹੜੇ ਹੈ ਇਹ 2 ਸਥਾਨ ਸੀਗੇ ਆਂਧਰਾ ਪ੍ਰਦੇਸ਼ ਦੇ ਵਿੱਚ, ਜੋ ਕਿ ਨਵੇਂ ਪੱਥਰ ਯੁੱਗ ਦੇ ਅਵਸ਼ੇਸ਼ਾਂ ਦੇ ਨਾਲ ਭਰਪੂਰ ਨੇ। ਨੈਕਸਟ ਕੁਐਸਚਨ ਹੈ ਪਸ਼ੂ ਪਾਲਣ ਦਾ ਸਭ ਤੋਂ ਪ੍ਰਾਚੀਨ ਸਬੂਤ ਕਿੱਥੋਂ ਮਿਲਿਆ ਹੈ? ਪਸ਼ੂਆਂ ਨੂੰ ਪਾਲਣ ਦਾ ਸਭ ਤੋਂ ਪ੍ਰਾਚੀਨ ਸਬੂਤ ਜਿਹੜਾ ਹੈ ਉਹ ਆਦਮਗੜ੍ਹ ਤੇ ਬਾਂਗੌਰ ਦੇ ਵਿੱਚੋਂ ਦੇਖਣ ਨੂੰ ਮਿਲਦਾ ਹੈ। ਇਹ 2 ਸਥਾਨਾਂ ਦੇ ਉੱਪਰ ਸਭ ਤੋਂ ਪ੍ਰਾਚੀਨ ਸਮੇਂ ਦੇ ਵਿੱਚ ਪਸ਼ੂਆਂ ਨੂੰ ਪਾਲਣ ਦੀ ਗੱਲ ਕੀਤੀ ਗਈ ਹੈ, ਅਵਸ਼ੇਸ਼ ਮਿਲੇ ਨੇ। ਨੈਕਸਟ ਹੈ ਕਿਹੜੇ ਸਥਾਨ ਤੋਂ ਪਤਾ ਲੱਗਦਾ ਹੈ ਕਿ ਕਣਕ ਤੇ ਚਾਵਲ ਦੀ ਖੇਤੀ 7000 ਈਸਵੀ ਪੂਰਵ ਤੋਂ ਵਿੱਚੋਂ ਸ਼ੁਰੂ ਹੋ ਚੁੱਕੀ ਸੀਗੀ? ਖੇਤੀ ਦੀ ਗੱਲ ਕੀਤੀ ਗਈ ਹੈ, ਠੀਕ ਹੈ, ਕਣਕ ਤੇ ਚਾਵਲ ਦੀ 7000 ਸਾਲ ਪਹਿਲਾਂ। ਇਹ ਹੈ ਬੇਲਨ ਘਾਟੀ ਦੇ ਵਿੱਚ ਸਥਿਤ ਕੋਲਡਾਹਵਾ ਦਾ ਖੇਤਰ। ਇਸ ਸਥਾਨ ਦੇ ਵਿੱਚ 7000 ਸਾਲ ਪਹਿਲਾਂ ਚਾਵਲ ਤੇ ਕਣਕ ਦੀ ਖੇਤੀ ਸ਼ੁਰੂ ਹੋ ਚੁੱਕੀ ਸੀਗੀ। ਨੈਕਸਟ ਕੁਐਸਚਨ ਹੈ ਪੱਕੀਆਂ ਇੱਟਾਂ ਤੇ ਹੋਰ ਸੰਦ ਜਿਹੜੇ ਆ ਉਹ ਕਿਸ ਯੁੱਗ ਦੇ ਵਿੱਚ ਲੱਭੇ ਗਏ ਸੀਗੇ, ਯਾਨੀ ਕਿ ਬਣਾ ਚੁੱਕੇ ਸੀਗੇ? ਪੱਕੀਆਂ ਇੱਟਾਂ ਤੇ ਹੋਰ ਸੰਦ ਇਹ ਨਵਾਂ ਪੱਥਰ ਯੁੱਗ ਦੇ ਵਿੱਚ ਜਿਹੜੇ ਲੋਕ ਸੀਗੇ, ਆਦਿ ਮਨੁੱਖ ਸੀਗਾ, ਉਹਨਾਂ ਨੇ ਪੱਕੀਆਂ ਇੱਟਾਂ ਅਤੇ ਹੋਰ ਸੰਦ ਜਿਹੜੇ ਆ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ, ਜੋ ਮਜ਼ਬੂਤ ਹੁੰਦੇ ਸੀਗੇ ਪਹਿਲਾਂ ਦੇ ਨਾਲੋਂ। ਓਕੇ, ਸੋ ਇਹ ਸੀਗੇ ਸਾਡੇ ਅੱਜ ਦੇ MCQ। ਉਮੀਦ ਕਰਦਾ ਕਿ ਸਾਰਿਆਂ ਦੇ ਲਈ ਹੈਲਪਫੁਲ ਰਹੇ ਹੋਣਗੇ, ਸਭ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।